ਹਾਲ ਹੀ ਵਿੱਚ ਇੱਕ ਬਹੁਤ ਵੱਡਾ ਸੰਵਿਧਾਨਕ ਮਸਲਾ ਹੱਲ ਹੋਇਆ ਹੈ। ਇਹ ਮਾਮਲਾ ਇੰਨਾ ਵੱਡਾ ਸੀ ਕਿ ਇਸ ਵਿੱਚ ਰਾਜ ਵਿਧਾਨ ਸਭਾ ਤੋਂ ਲੈ ਕੇ ਦੇਸ਼ ਦੇ ਰਾਸ਼ਟਰਪਤੀ ਤੱਕ ਹਰ ਕੋਈ ਸ਼ਾਮਲ ਸੀ। ਚਲੋ ਇਸ ਪੂਰੇ ਮਾਮਲੇ ਦੀ ਤਹਿ ਤੱਕ ਚੱਲਦੇ ਹਾਂ। ਕਦੇ ਸੋਚਿਆ ਹੈ ਕਿ ਜੇ ਕੋਈ ਵਿਧਾਨ ਸਭਾ ਬੜੀ ਮਿਹਨਤ ਨਾਲ ਕੋਈ ਬਿੱਲ ਪਾਸ ਕਰੇ ਪਰ ਰਾਜਪਾਲ ਉਸ ਨੂੰ ਬਸ ਆਪਣੇ ਕੋਲ ਰੱਖ ਕੇ ਭੁੱਲ ਜਾਵੇ, ਕੋਈ ਐਕਸ਼ਨ ਹੀ ਨਾ ਲਵੇ, ਤਾਂ ਫਿਰ ਕੀ ਹੋਵੇਗਾ? ਇੱਕ ਬਹੁਤ ਵੱਡੀ ਸੰਵਿਧਾਨਿਕ ਬੁਝਾਰਤ ਹੈ ਤੇ ਅੱਜ ਆਪਾਂ ਇਸੇ ਨੂੰ ਸੁਲਝਾਉਣ ਵਾਲੇ ਹਾਂ। ਤਾਂ ਇਸ ਪੂਰੇ ਟਕਰਾਅ ਨੂੰ ਚੰਗੀ ਤਰ੍ਹਾਂ ਸਮਝਣ ਲਈ ਪਹਿਲਾਂ ਇਹ ਦੇਖਣਾ ਪਵੇਗਾ ਕਿ ਖੇਡ ਦੇ ਨਿਯਮ ਕੀ ਨੇ, ਮਤਲਬ ਸਾਡਾ ਸੰਵਿਧਾਨ ਇਸ ਬਾਰੇ ਕੀ ਕਹਿੰਦਾ ਹੈ। ਦੇਖੋ, ਜਦੋਂ ਵੀ ਕਿਸੇ ਸੂਬੇ ਦਾ ਕੋਈ ਬਿੱਲ ਕਾਨੂੰਨ ਬਣਨਾ ਹੁੰਦਾ ਹੈ ਤਾਂ ਉਸ ਨੂੰ ਰਾਜਪਾਲ ਦੀ ਮਨਜ਼ੂਰੀ ਯਾਨੀ ਕਿ ਅਸੈਂਟ ਦੀ ਲੋੜ ਪੈਂਦੀ ਹੈ। ਤੇ ਸਾਡੇ ਸੰਵਿਧਾਨ ਦਾ ਆਰਟੀਕਲ 200 ਬਿਲਕੁਲ ਇਹੀ ਦੱਸਦਾ ਹੈ ਕਿ ਜਦੋਂ ਬਿੱਲ ਰਾਜਪਾਲ ਕੋਲ ਪਹੁੰਚਦਾ ਹੈ ਤਾਂ ਅੱਗੇ ਕੀ ਹੋ ਸਕਦਾ ਹੈ। ਤਾਂ ਫਿਰ ਜਦੋਂ ਬਿੱਲ ਰਾਜਪਾਲ ਦੇ ਡੈਸਕ ਤੇ ਪਹੁੰਚਦਾ ਹੈ ਤਾਂ ਆਰਟੀਕਲ 200 ਦੇ ਹਿਸਾਬ ਨਾਲ ਉਹਨਾਂ ਕੋਲ ਮੋٹے ਤੌਰ ਤੇ 3 ਰਸਤੇ ਹੁੰਦੇ ਨੇ। ਪਹਿਲਾ, ਉਹ ਸਿੱਧਾ ਮਨਜ਼ੂਰੀ ਦੇ ਦੇਣ ਤੇ ਬਿੱਲ ਕਾਨੂੰਨ ਬਣ ਜਾਵੇਗਾ। ਦੂਜਾ, ਉਹ ਮਨਜ਼ੂਰੀ ਰੋਕ ਲੈਣ ਤੇ ਬਿੱਲ ਨੂੰ ਵਾਪਸ ਵਿਧਾਨ ਸਭਾ ਕੋਲ ਭੇਜ ਦੇਣ ਕਿ ਭਾਈ ਇਸ ਤੇ ਦੁਬਾਰਾ ਵਿਚਾਰ ਕਰੋ। ਤੇ ਤੀਜਾ, ਉਹ ਬਿੱਲ ਨੂੰ ਰਾਸ਼ਟਰਪਤੀ ਦੀ ਸਲਾਹ ਲਈ ਅੱਗੇ ਭੇਜ ਦੇਣ। ਪਰ ਇੱਥੇ ਹੀ ਤਾਂ ਸਾਰੀ ਗੜਬੜ ਹੈ। ਸੰਵਿਧਾਨ ਇਹ ਤਾਂ ਦੱਸਦਾ ਹੈ ਕਿ ਰਾਜਪਾਲ ਕੀ ਕਰ ਸਕਦੇ ਨੇ, ਪਰ ਇਹ ਨਹੀਂ ਦੱਸਦਾ ਕਿ ਕਿੰਨੇ ਸਮੇਂ ਵਿੱਚ ਕਰਨਾ ਹੈ। ਕੋਈ ਟਾਈਮ ਲਿਮਿਟ ਨਹੀਂ ਹੈ। ਤੇ ਇਹੀ ਇੱਕ ਬਹੁਤ ਵੱਡੀ ਸੰਵਿਧਾਨਿਕ ਕਮਜ਼ੋਰੀ, ਇੱਕ ਲੂਪਹੋਲ ਬਣ ਜਾਂਦੀ ਹੈ। ਅਤੇ ਜਿਵੇਂ ਕਿਹਾ ਜਾਂਦਾ ਹੈ, ਜਿੱਥੇ ਕਮਜ਼ੋਰੀ ਹੋਵੇ ਉਸ ਦਾ ਫਾਇਦਾ ਚੁੱਕਿਆ ਜਾ ਸਕਦਾ ਹੈ। ਬਸ ਇਸੇ ਲੂਪਹੋਲ ਕਰਕੇ ਤਾਮਿਲਨਾਡੂ ਵਿੱਚ ਇੱਕ ਵੱਡਾ ਰਾਜਨੀਤਿਕ ਤੇ ਕਾਨੂੰਨੀ ਭੂਚਾਲ ਆ ਗਿਆ। ਚਲੋ ਦੇਖਦੇ ਹਾਂ ਕਿ ਇਹ ਜੋ ਥਿਊਰੀ ਦੀ ਗੱਲ ਆਪਾਂ ਕਰ ਰਹੇ ਸੀ, ਉਹ ਅਸਲ ਜ਼ਿੰਦਗੀ ਵਿੱਚ ਕਿਵੇਂ ਇੱਕ ਵੱਡਾ ਮਸਲਾ ਬਣੀ। ਤਾਂ ਮਸਲਾ ਕੀ ਸੀ? ਮਸਲਾ ਸੀ ਪੂਰੇ 12 ਬਿੱਲਾਂ ਦਾ। ਇਹ 12 ਬਿੱਲ ਤਾਮਿਲਨਾਡੂ ਦੀ ਵਿਧਾਨ ਸਭਾ ਨੇ ਪਾਸ ਕੀਤੇ ਸੀ, ਜੋ ਸੂਬੇ ਦੀਆਂ ਯੂਨੀਵਰਸਿਟੀਆਂ ਵਿੱਚ ਨਿਯੁਕਤੀਆਂ ਨਾਲ ਜੁੜੇ ਹੋਏ ਸੀ। ਪਰ ਰਾਜਪਾਲ ਨੇ ਇਹਨਾਂ ਤੇ ਕੋਈ ਫੈਸਲਾ ਹੀ ਨਹੀਂ ਲਿਆ, ਬਸ ਫਾਈਲਾਂ ਤੇ ਬੈਠੇ ਰਹੇ। ਤਾਂ ਫਿਰ ਹੋਇਆ ਕੀ? ਕਹਾਣੀ ਕੁਝ ਇਸ ਤਰ੍ਹਾਂ ਹੈ। 2 ਸਾਲ ਤੋਂ ਵੀ ਪਹਿਲਾਂ 12 ਬਿੱਲ ਪਾਸ ਹੋ ਕੇ ਰਾਜਪਾਲ ਕੋਲ ਪਹੁੰਚੇ। ਫਿਰ 2 ਸਾਲ ਤੋਂ ਵੱਧ ਸਮਾਂ ਬਿਲਕੁਲ ਚੁੱਪੀ, ਕੋਈ ਐਕਸ਼ਨ ਨਹੀਂ। ਆਖਿਰਕਾਰ ਤੰਗ ਆ ਕੇ ਸੂਬਾ ਸਰਕਾਰ ਪਹੁੰਚੀ ਸੁਪਰੀਮ ਕੋਰਟ। ਜਿਵੇਂ ਹੀ ਮਾਮਲਾ ਕੋਰਟ 'ਚ ਗਿਆ, ਰਾਜਪਾਲ ਨੇ ਝਟ 10 ਬਿੱਲ ਵਾਪਸ ਭੇਜ ਦਿੱਤੇ। ਪਰ ਕਹਾਣੀ ਇੱਥੇ ਖਤਮ ਨਹੀਂ ਹੋਈ। ਵਿਧਾਨ ਸਭਾ ਨੇ ਗੁੱਸੇ 'ਚ ਆ ਕੇ ਸਾਰੇ 10 ਬਿੱਲ ਸਿਰਫ 1 ਦਿਨ 'ਚ ਦੁਬਾਰਾ ਪਾਸ ਕਰ ਦਿੱਤੇ ਤੇ ਫਿਰ ਰਾਜਪਾਲ ਨੇ ਉਹਨਾਂ ਨੂੰ ਮੁੜ ਰਾਸ਼ਟਰਪਤੀ ਲਈ ਰਾਖਵਾ ਰੱਖ ਲਿਆ। ਮਤਲਬ ਗੱਲ ਜਿੱਥੋਂ ਸ਼ੁਰੂ ਹੋਈ ਸੀ ਉੱਥੇ ਹੀ ਆ ਕੇ ਖੜ ਗਈ। ਸੁਪਰੀਮ ਕੋਰਟ ਵਿੱਚ ਤਾਮਿਲਨਾਡੂ ਸਰਕਾਰ ਦਾ ਪੱਖ ਬਿਲਕੁਲ ਸਾਫ਼ ਸੀ। ਉਹਨਾਂ ਨੇ ਕਿਹਾ ਕਿ ਰਾਜਪਾਲ ਦਾ ਇਸ ਤਰ੍ਹਾਂ ਬਿੱਲਾਂ ਤੇ ਬਿਨਾਂ ਕੋਈ ਕਾਰਵਾਈ ਕੀਤੇ ਬੈਠੇ ਰਹਿਣਾ ਇਹ ਗੈਰ ਸੰਵਿਧਾਨਕ ਹੈ। ਇਹ ਸਿੱਧਾ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਦੇ ਕੰਮ ਵਿੱਚ ਅੜਿੱਕਾ ਪਾਉਣਾ ਹੈ ਅਤੇ ਲੋਕਤੰਤਰ ਨੂੰ ਕਮਜ਼ੋਰ ਕਰਨਾ ਹੈ। ਤੇ ਫਿਰ ਇਸ ਪੂਰੀ ਖਿੱਚੋਤਾਣ ਵਿੱਚ ਮੈਦਾਨ ਵਿੱਚੋਂ ਉਤਰੀ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ, ਇਸ ਸੰਵਿਧਾਨਿਕ ਗੁੰਝਲ ਨੂੰ ਸੁਲਝਾਉਣ ਲਈ। ਅਤੇ ਸੁਪਰੀਮ ਕੋਰਟ ਦਾ ਫੈਸਲਾ ਸੱਚਮੁੱਚ ਇਤਿਹਾਸਿਕ ਸੀ। ਕੋਰਟ ਨੇ ਬਿਲਕੁਲ ਸਾਫ਼ ਸ਼ਬਦਾਂ ਵਿੱਚ ਕਿਹਾ, ਪਹਿਲੀ ਗੱਲ, ਰਾਜਪਾਲ ਦਾ ਬਿਨਾਂ ਵਜ੍ਹਾ ਦੇਰੀ ਕਰਨਾ ਗੈਰ ਸੰਵਿਧਾਨਿਕ ਹੈ। ਦੂਜਾ, ਜਿਹੜੇ 10 ਬਿੱਲ ਦੁਬਾਰਾ ਪਾਸ ਹੋਏ ਨੇ ਉਹਨਾਂ ਨੂੰ ਪਾਸ ਹੀ ਮੰਨਿਆ ਜਾਵੇਗਾ। ਤੀਜਾ ਤੇ ਸਭ ਤੋਂ ਅਹਿਮ, ਰਾਜਪਾਲ ਕੋਲ ਪਾਕਟ ਵੀਟੋ ਦੀ ਕੋਈ ਤਾਕਤ ਨਹੀਂ ਹੈ ਅਤੇ ਹੁਣ ਤੋਂ ਜੇ ਕੋਈ ਦੇਰੀ ਹੁੰਦੀ ਹੈ ਤਾਂ ਰਾਜਪਾਲ ਨੂੰ ਉਸ ਦਾ ਕਾਰਨ ਦੱਸਣਾ ਪਵੇਗਾ ਅਤੇ ਅਦਾਲਤ ਉਸ ਕਾਰਨ ਦੀ ਜਾਂਚ ਕਰ ਸਕਦੀ ਹੈ। ਤਾਂ ਇਹ ਵੀਟੋ ਹੈ ਕੀ ਚੀਜ਼? ਆਓ ਇਸ ਨੂੰ ਸਮਝਦੇ ਹਾਂ। ਇੱਕ ਹੁੰਦਾ ਹੈ ਐਬਸੋਲਿਊਟ ਵੀਟੋ, ਜਿਸ ਦਾ ਮਤਲਬ ਹੈ ਕਿਸੇ ਬਿੱਲ ਨੂੰ ਹਮੇਸ਼ਾ ਲਈ ਰੱਦ ਕਰ ਦੇਣਾ। ਕੋਰਟ ਨੇ ਸਾਫ਼ ਕਰ ਦਿੱਤਾ ਕਿ ਰਾਜਪਾਲ ਕੋਲ ਇਹ ਤਾਕਤ ਨਹੀਂ ਹੈ। ਦੂਜਾ ਹੁੰਦਾ ਹੈ ਪਾਕਟ ਵੀਟੋ, ਮਤਲਬ ਬਿੱਲ ਤੇ ਕੋਈ ਫੈਸਲਾ ਹੀ ਨਾ ਲੈਣਾ, ਬਸ ਉਸ ਨੂੰ ਅਣਮਿੱਥੇ ਸਮੇਂ ਲਈ ਟਾਲ ਦੇਣਾ। ਕੋਰਟ ਨੇ ਕਿਹਾ, ਰਾਜਪਾਲ ਇਹ ਵੀ ਨਹੀਂ ਕਰ ਸਕਦੇ। ਜੇ ਪਾਕਟ ਵੀਟੋ ਨੂੰ ਹੋਰ ਸੌਖੇ ਤਰੀਕੇ ਨਾਲ ਸਮਝਣਾ ਹੋਵੇ ਤਾਂ ਬਸ ਇੰਜ ਸੋਚੋ, ਜਿਵੇਂ ਕਿਸੇ ਨੇ ਜੇਬ ਵਿੱਚ 10 ਰੁਪਏ ਦਾ ਨੋਟ ਪਾ ਦਿੱਤਾ ਤੇ ਉਸ ਨੂੰ ਕੱਢਣਾ ਹੀ ਭੁੱਲ ਗਏ। ਬਸ ਬਿੱਲ ਵੀ ਉਸੇ ਤਰ੍ਹਾਂ ਰਾਜਪਾਲ ਦੀ ਜੇਬ ਵਿੱਚ ਪਿਆ ਰਹਿੰਦਾ ਹੈ ਤੇ ਉਸ ਤੇ ਕੋਈ ਕਾਰਵਾਈ ਨਹੀਂ ਹੁੰਦੀ, ਉਸ ਨੂੰ ਬਸ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਤਾਂ ਸੁਪਰੀਮ ਕੋਰਟ ਦੇ ਇਸ ਫੈਸਲੇ ਨੇ ਸਿਰਫ ਤਾਮਿਲਨਾਡੂ ਦਾ ਮਸਲਾ ਹੀ ਹੱਲ ਨਹੀਂ ਕੀਤਾ, ਬਲਕਿ ਇਸਨੇ ਪੂਰੇ ਦੇਸ਼ ਲਈ ਖੇਡ ਦੇ ਨਿਯਮ ਹੀ ਬਦਲ ਦਿੱਤੇ, ਪਰ ਨਾਲ ਹੀ ਕੁਝ ਨਵੇਂ ਸਵਾਲ ਵੀ ਖੜੇ ਕਰ ਦਿੱਤੇ। ਤਾਂ ਹੁਣ ਨਵੇਂ ਨਿਯਮ ਕੀ ਕਹਿੰਦੇ ਨੇ? ਹੁਣ ਰਾਜਪਾਲ ਲਈ ਬਕਾਇਦਾ ਟਾਈਮਲਾਈਨ ਤੈਅ ਕਰ ਦਿੱਤੀ ਗਈ ਹੈ। ਜੇ ਵਿਧਾਨ ਸਭਾ ਕੋਈ ਬਿੱਲ ਦੁਬਾਰਾ ਪਾਸ ਕਰਕੇ ਭੇਜਦੀ ਹੈ ਤਾਂ ਰਾਜਪਾਲ ਨੂੰ 1 ਮਹੀਨੇ ਦੇ ਅੰਦਰ ਫੈਸਲਾ ਲੈਣਾ ਪਵੇਗਾ ਤੇ ਜੇ ਬਿੱਲ ਨੂੰ ਰਾਸ਼ਟਰਪਤੀ ਲਈ ਰਾਖਵਾਂ ਰੱਖਣਾ ਹੈ ਤਾਂ ਵੀ ਸਥਿਤੀ ਦੇ ਹਿਸਾਬ ਨਾਲ 1 ਤੋਂ 3 ਮਹੀਨਿਆਂ ਦੇ ਵਿੱਚ ਫੈਸਲਾ ਕਰਨਾ ਲਾਜ਼ਮੀ ਹੈ। ਤਾਂ ਇਸ ਸਾਰੀ ਗੱਲਬਾਤ ਦਾ ਸਭ ਤੋਂ ਵੱਡਾ ਸਿੱਟਾ ਕੀ ਨਿਕਲਿਆ? ਬਹੁਤ ਸਿੱਧਾ ਤੇ ਸਾਫ਼, ਰਾਜਪਾਲ ਦੀ ਬਿੱਲਾਂ ਵਿੱਚ ਦੇਰੀ ਕਰਨ ਦੀ ਬੇਅੰਤ ਸ਼ਕਤੀ ਹੁਣ ਖਤਮ ਹੋ ਗਈ ਹੈ।
ਸੰਵਿਧਾਨ ਦੀ ਉਹ ਕਮਜ਼ੋਰੀ, ਉਹ ਲੂਪਹੋਲ ਹੁਣ ਬੰਦ ਹੋ ਗਿਆ ਹੈ। ਪਰ ਜਿਵੇਂ ਕਹਿੰਦੇ ਨੇ, ਹਰ ਜਵਾਬ ਇੱਕ ਨਵਾਂ ਸਵਾਲ ਖੜਾ ਕਰਦਾ ਹੈ। ਇਸ ਫੈਸਲੇ ਨੇ ਇੱਕ ਬਹੁਤ ਵੱਡਾ ਸੰਵਿਧਾਨਿਕ ਸਵਾਲ ਖੜਾ ਕਰ ਦਿੱਤਾ ਹੈ ਕਿ ਇਹ ਸਾਰੇ ਨਵੇਂ ਨਿਯਮ ਔਰ ਇਹ ਸਮਾਂ ਸੀਮਾਵਾਂ ਦੇਸ਼ ਦੇ ਰਾਸ਼ਟਰਪਤੀ ਤੇ ਵੀ ਲਾਗੂ ਹੁੰਦੀਆਂ ਹਨ। ਇਸ ਸਵਾਲ ਦਾ ਜਵਾਬ ਹੀ ਆਉਣ ਵਾਲੇ ਸਮੇਂ ਵਿੱਚ ਸਾਡੇ ਸੰਵਿਧਾਨਿਕ ਕਾਨੂੰਨ ਦੀ ਨਵੀਂ ਦਿਸ਼ਾ ਤੈਅ ਕਰੇਗਾ।